हाँ जी स्टूडेंट्स वेलकम करते हैं ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ। ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ BA ਸਮੈਸਟਰ ਫਸਟ ਦੇ ਲਈ ਪੋਲੀਟੀਕਲ ਸਾਇੰਸ BA ਸਮੈਸਟਰ ਫਸਟ ਦੇ ਲਈ ਪੋਲੀਟੀਕਲ ਸਾਇੰਸ ਦਾ ਰਾਜ ਤੇ ਇਸ ਦੀਆਂ ਵਿਸ਼ੇਸ਼ਤਾਵਾਂ ਜਾਂ ਤੱਥ ਤੇ ਇਸ ਤੋਂ ਇਲਾਵਾ ਸਟੂਡੈਂਟਸ ਇਹ +1 ਕਲਾਸ ਦੇ ਸਟੂਡੈਂਟਸ ਲਈ ਵੀ ਇੰਪੋਰਟੈਂਟ ਆ ਰਾਜ ਇਸ ਦੀਆਂ ਵਿਸ਼ੇਸ਼ਤਾਵਾਂ ਤੇ ਇਹਦੇ ਤੱਥ। ਠੀਕ ਹੈ, ਜਾਂ ਰਾਜ ਦੇ ਜ਼ਰੂਰੀ ਤੱਤ ਕਿਹੜੇ-ਕਿਹੜੇ ਨੇ ਜਾਂ ਰਾਜ ਦੇ ਜਿਹੜੇ ਕਿ ਵਿਸ਼ੇਸ਼ਤਾਵਾਂ ਕਿਹੜੇ-ਕਿਹੜੇ ਨੇ। ਇੱਕੋ ਕੁਐਸਚਨ ਇਹਨਾਂ ਦਾ ਦੋਨਾਂ ਦਾ ਇੱਕੋ ਆਨਸਰ ਬਣਦਾ। हाँ जी, पहला आप राज नूं देखते हैं भी राज का अर्थ की है। हाँ जी, राज शब्द का अर्थ ते परिभाषा। राज है जिहड़े कि राजनीति शब्द का राणी शास्त्र के अध्ययन का मुख्य विषय की है राज, क्योंकि राणी शास्त्र के विच अध्ययन किया जाता राज का। ठीक है, राजनीति शास्त्र का आरंभ ते अंत राज नाल ही हुंदा है। ते राज नूं अंग्रेजी दे विच आपां कहने स्टेट, राज नूं अंग्रेजी दे विच की कहंदा स्टेट। ते जिहड़ा स्टेट शब्द है लतीनी भाषा के शब्द स्टेटस तो लिया गया। ठीक है, जे तुहाडे पहली लाइन ना याद रही तुसीं इत्थों ही कर लेना कि राज नूं अंग्रेजी विच स्टेट कहंदे ने ते स्टेट शब्द लतीनी भाषा के शब्द स्टेटस तो लिया गया। ते लतीनी भाषा दे विच स्टेटस शब्द अर्थ की है दूजिਆਂ ਦੇ ਮੁਕਾਬਲਾ ਉੱਚਾ ਪੱਧਰ, ਵੀ ਜਦੋਂ ਜਿਹੜਾ ਕੋਈ ਦੂਜਿਆਂ ਦੇ ਮੁਕਾਬਲੇ ਉਹਦਾ ਪੱਧਰ ਉੱਚਾ ਹੋਵੇ ਉਹਨੂੰ ਆਪਾਂ ਕਹਿੰਦੇ ਸਟੇਟਸ। ਠੀਕ ਹੈ, ਤੇ ਸ਼ਬਦੀ ਅਰਥ ਦੇ ਅਕੋਰਡਿੰਗ ਆਪਾਂ ਕਹਿ ਸਕਦੇ ਕਿ ਰਾਜ ਉਸ ਸੰਗਠਨ ਦਾ ਨਾਂ ਹੈ ਜਿਸ ਦਾ ਰੁਤਬਾ ਜਾਂ ਪੱਧਰ ਜਿਹਦਾ ਰੁਤਬਾ ਜਾਂ ਪੱਧਰ ਦੂਜਿਆਂ ਸੰਗਠਨਾਂ ਅਤੇ ਲੋਕਾਂ ਦੇ ਰੁਤਬੇ ਦੇ ਨਾਲ ਉੱਚਾ। ਭਾਵ ਕਿ ਰਾਜ ਉਹ ਹੁੰਦਾ ਹੈ, ਠੀਕ ਹੈ, ਉਹ ਸੰਗਠਨ ਹੈ ਜਿਸ ਦਾ ਰੁਤਬਾ ਜਾਂ ਪੱਧਰ ਲੋਕਾਂ ਦੇ, ਠੀਕ ਹੈ, ਰੁਤਬੇ ਜਾਂ ਪੱਧਰ ਜਾਂ ਦੂਜੇ ਜਿਹੜੇ ਸਮਾਜ ਦੇ ਵਿੱਚ ਹੋਰ ਸੰਗਠਨ ਨੇ ਉਹਨਾਂ ਦੇ ਰੁਤਬੇ ਜਾਂ ਪੱਧਰ ਨਾਲ ਉੱਚਾ ਹੁੰਦਾ। ਠੀਕ ਹੈ, ਤੇ ਰਾਜ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਇਟਲੀ ਦੇ ਮਹਾਨ ਵਿਦਵਾਨ ਮੈਕਾਵਲੀ ਨੇ ਕੀਤੀ ਸੀ। ਹਾਂਜੀ, ਵੀ ਇੰਪੋਰਟੈਂਟ ਆ। ਵੈਸੇ ਵੀ ਇਹ ਜਿਹੜੇ ਅਦਰ ਸਟੂਡੈਂਟਸ ਕੈਂਡੀਡੇਟਸ ਜਿਹੜੇ ਕਿ ਪੋਲੀਟੀਕਲ ਸਾਇੰਸ ਦੇ ਸਬਜੈਕਟ ਦੀ ਐਜ਼ ਸਟੱਡੀ ਕਰਦੇ ਨੇ ਉਹਨਾਂ ਲਈ ਵੀ ਇਹ ਟੌਪਿਕ ਇੰਪੋਰਟੈਂਟ ਆ। ਰਾਜ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਇਟਲੀ ਦੇ ਮਹਾਨ ਵਿਦਵਾਨ ਮੈਕਾਵਲੀ ਨੇ ਕੀਤੀ ਸੀ। ਅੱਗੇ ਹੈਗਾ ਹੁਣ ਇਹਦੀਆਂ ਪਰਿਭਾਸ਼ਾਵਾਂ ਦੇ ਵਿੱਚ ਹਾਲੈਂਡ ਦੀ ਦੇਖਦੇ ਆਪਾਂ। ਰਾਜ ਕਿਸੇ ਦੀਆਂ ਵੀ ਪਰਿਭਾਸ਼ਾ ਤੁਸੀਂ 2 ਜਾਂ 3 ਯਾਦ ਕਰ ਲੈਣੀਆਂ ਨੇ। ਠੀਕ ਹੈ, ਕਿਸੇ ਵੀ ਰਾਈਟਰ ਦੀਆਂ। ਰਾਜ ਮਨੁੱਖ ਦੇ ਅਜਿਹੇ ਸਮੂਹ ਦਾ ਨਾਂ ਹੈ ਜੋ ਨਿਸ਼ਚਿਤ ਇਲਾਕੇ ਦੇ ਵਿੱਚ ਰਹਿੰਦਾ, ਜਿਹਦੇ ਵਿੱਚ ਬਹੁ ਗਿਣਤੀ ਦੇ ਆਧਾਰ ਤੇ ਇੱਕ ਵਰਗ ਆਪਣੇ ਵਿਰੋਧੀਆਂ ਤੇ ਹਕੂਮਤ ਕਰਦਾ। ਜੋ ਨਿਸ਼ਚਿਤ ਇਲਾਕੇ ਦੇ ਵਿੱਚ ਰਹਿੰਦਾ ਜਿਹਦੇ ਵਿੱਚ ਬਹੁ ਗਿਣਤੀ ਦੇ ਆਧਾਰ ਤੇ ਇੱਕ ਵਰਗ ਆਪਣੇ ਵਿਰੋਧੀਆਂ ਤੇ ਹਕੂਮਤ ਕਰਦਾ, ਉਹਨੂੰ ਕਹਿੰਦੇ ਨੇ ਰਾਜ। ਠੀਕ ਹੈ, ਇਸ ਤੋਂ ਇਲਾਵਾ ਹੋਰ ਦੇਖਦੇ ਆਪਾਂ ਗਾਰਨਰ ਤੇ ਲਾਸਕੀ ਦੀ ਦੇਖਦੇ ਹਾਂ। ਗਾਰਨਰ, ਰਾਜ ਥੋੜੇ ਜਾਂ ਬਹੁਤੇ ਲੋਕਾਂ ਦਾ ਇੱਕ ਅਜਿਹਾ ਸਮੂਹ ਹੈ, ਇੱਕ ਅਜਿਹਾ ਗਰੁੱਪ ਹੈ ਜੋ ਧਰਤੀ ਦੇ ਨਿਸ਼ਚਿਤ ਭਾਗ ਦੇ ਵਿੱਚ ਸਥਾਈ ਰੂਪ ਦੇ ਵਿੱਚ ਵੱਸਦਾ। ਭਾਵ ਕਿ ਰਾਜ ਲੋਕਾਂ ਦਾ ਜਾਂ ਥੋੜੇ ਲੋਕਾਂ ਦਾ ਜਾਂ ਬਹੁਤੇ ਲੋਕਾਂ ਦਾ ਇੱਕ ਸਮੂਹ ਹੈ, ਇੱਕ ਗਰੁੱਪ ਹੈ ਜੋ ਧਰਤੀ ਦੇ ਇੱਕ ਨਿਸ਼ਚਿਤ ਏਰੀਆ ਫਿਕਸ ਕੀਤਾ ਹੋਇਆ ਉੱਥੇ ਰਹਿ ਰਿਹਾ। ਠੀਕ ਹੈ, ਉੱਥੇ ਵੱਸਦਾ ਤੇ ਬਾਹਰਲੇ ਨਿਯੰਤਰਣ ਤੋਂ ਪੂਰੇ ਤਰੀਕੇ ਨਾਲ ਸੁਤੰਤਰ ਆ। ਭਾਵ ਕਿ ਕੋਈ ਬਾਹਰ ਲਾ ਉਹਦੇ ਕੋਈ ਨਿਯੰਤਰਣ ਨਹੀਂ ਰੱਖ ਸਕਦਾ, ਉਹ ਇਹਨਾਂ ਦੇ ਘੇਰੇ ਤੋਂ ਪੂਰੇ ਤਰੀਕੇ ਨਾਲ ਆਪਣਾ ਜਿਹੜੇ ਸੁਤੰਤਰ ਆ। ਤੇ ਜਿਸ ਦੀ ਆਪਣੀ ਇੱਕ ਸੰਗਠਿਤ ਸਰਕਾਰ ਹੋਵੇ, ਹੁਣ ਜਿਹੜੇ ਇੱਥੇ ਰਹਿ ਰਿਹਾ ਇਹਦੀ ਆਪਣੀ ਇੱਕ ਸਰਕਾਰ ਹੋਵੇ। ਠੀਕ ਹੈ, ਤੇ ਜਿਸ ਦੀ ਆਗਿਆ ਦਾ ਪਾਲਣ ਉੱਥੋਂ ਦੇ ਲੋਕ ਨੇ ਜਿਹੜੇ ਕਿ ਸੁਭਾਵਿਕ ਤੌਰ 'ਤੇ ਕਰਦੇ ਹੋਣ। ਭਾਵ ਕਿ ਜਿਹੜਾ ਰਾਜ ਹੈ ਜੋ ਇਹਨਾਂ ਨੇ ਕਿਹਾ ਤਾਂ ਜਿਹੜੇ ਲੋਕ ਨੇ ਉੱਥੇ ਵੱਸਦੇ ਨੇ ਉਹ ਇਹਨਾਂ ਦੀ ਆਗਿਆ ਦਾ ਪਾਲਣ ਇੱਕ ਐਜ਼ ਏ ਮਤਲਬ ਕਿ ਕੋਈ ਸਖਤੀ ਦੇ ਨਾਲ ਨਹੀਂ ਬਲਕਿ ਇੱਕ ਯੂਜ਼ਲੀ ਤਰੀਕੇ ਦੇ ਨਾਲ ਕਰਦੇ ਹੋਣ। ਠੀਕ ਹੈ, ਉਹਨੂੰ ਆਪਾਂ ਕੀ ਕਹਿੰਦੇ ਹਾਂ, ਰਾਜ। ਇਸ ਤੋਂ ਇਲਾਵਾ ਲਾਸਕੀ ਦੇ ਅਨੁਸਾਰ ਰਾਜ ਇੱਕ ਵਿਸ਼ੇਸ਼ ਪ੍ਰਦੇਸ਼ ਦੇ ਵਿੱਚ ਰਹਿਣ ਵਾਲਾ ਸਮਾਜ ਹੈ। ਲਾਸਕੀ ਕਹਿੰਦਾ ਕਿ ਰਾਜ ਇੱਕ ਵਿਸ਼ੇਸ਼ ਪ੍ਰਦੇਸ਼ ਖੇਤਰ ਦੇ ਵਿੱਚ ਰਹਿਣ ਵਾਲਾ ਜਿਹੜਾ ਸਮਾਜ ਆ ਜੋ ਸਮਾਜ ਅਤੇ ਪਰਜਾ ਵਿੱਚ ਵੰਡਿਆ ਹੋਇਆ। ਵੀ ਜਿਹੜਾ ਇਹ ਏਰੀਆ ਰਹਿ ਰਿਹਾ ਹੈ ਇਹਦੇ ਵਿੱਚ ਇੱਕ ਸਮਾਜ ਹੈ, ਇੱਕ ਪਰਜਾ। ਠੀਕ ਹੈ, ਇਹਦੇ ਵਿੱਚ ਵੰਡਿਆ ਹੋਇਆ ਤੇ ਆਪਣੇ ਖੇਤਰ ਵਿੱਚ ਆਉਣ ਵਾਲੀਆਂ ਸਾਰੀਆਂ ਸਮੱਸਿਆਵਾਂ ਉੱਤੇ ਪ੍ਰਭੁਤਵ ਰੱਖਦਾ। ਤੇ ਰਾਜ ਜਿਹੜਾ ਖੇਤਰ ਦੇ ਵਿੱਚ ਜਿੰਨੇ ਵੀ ਸਮੱਸਿਆਵਾਂ ਆ ਰਹੀਆਂ ਨੇ ਉਹਨਾਂ ਦੇ ਸਭ ਤੋਂ ਉੱਪਰ ਜਿਹੜੇ ਕਿ ਇਹਦੇ ਪਾਵਰ। ਠੀਕ ਹੈ, ਆਪਣਾ ਪ੍ਰਭੁਤਵ ਰੱਖਣ ਵਾਲਾ ਹੈ, ਉਹਨੂੰ ਆਪਾਂ ਕਹਿੰਦੇ ਹਾਂ ਰਾਜ। ਤੇ ਉਸ ਤੋਂ ਇਲਾਵਾ ਹੋਰ ਤੁਸੀਂ ਹੋਰ ਵੀ ਜਿਹੜੇ ਵੀ ਤੁਹਾਨੂੰ ਈਜ਼ੀ ਲੱਗੇ ਤੁਸੀਂ ਉਹਨਾਂ ਦੇ ਕਰ ਸਕਦੇ ਹੋ। ਜਿਵੇਂ ਵੁਡਰੋ ਵਿਲਸਨ ਇੱਕ ਨਿਸ਼ਚਿਤ ਇਲਾਕੇ ਦੇ ਅੰਦਰ ਕਾਨੂੰਨ ਦੁਆਰਾ ਸੰਗਠਿਤ ਲੋਕਾਂ ਨੂੰ ਰਾਜ ਕਿਹਾ ਜਾਂਦਾ ਹੈ। ਹਾਂਜੀ, ਰਾਜ ਦੇ ਜ਼ਰੂਰੀ ਤੱਤ। ਅੱਗੇ ਰਾਜ ਦੇ ਜ਼ਰੂਰੀ ਤੱਤ ਸਟੂਡੈਂਟਸ ਇਹ ਤੁਹਾਨੂੰ ਸ਼ਾਰਟ ਲਈ ਵੀ ਇੰਪੋਰਟੈਂਟ ਆ, ਲੌਂਗ ਲਈ ਵੀ ਇੰਪੋਰਟੈਂਟ ਆ। ਠੀਕ ਹੈ, ਤਾਂ ਰਾਜ ਦੇ 4 ਜ਼ਰੂਰੀ ਤੱਤ ਨੇ: ਵਸੋਂ, ਨਿਸ਼ਚਿਤ ਭੂਮੀ, ਸਰਕਾਰ ਤੇ ਪ੍ਰਭੂਸੱਤਾ। ਹੁਣ ਇਹਨਾਂ ਦਾ ਆਪਾਂ ਅੱਗੇ ਵਿਆਖਿਆ ਕਰਦੇ ਹਾਂ। ਵਸੋਂ ਭਾਵ ਕਿ ਜਨਸੰਖਿਆ, ਨਿਸ਼ਚਿਤ ਭੂਮੀ, ਠੀਕ ਹੈ, ਸਰਕਾਰ ਤੇ ਪ੍ਰਭੂਸੱਤਾ। ਪ੍ਰਭੂਸੱਤਾ 2 ਪ੍ਰਕਾਰ ਦੀ ਹੋਗੀ, ਅੰਦਰਲੀ ਤੇ ਬਾਹਰਲੀ ਪ੍ਰਭੂਸੱਤਾ। ਹਾਂਜੀ, ਜਨਸੰਖਿਆ ਪਾਪੂਲੇਸ਼ਨ ਜਿਹਨੂੰ ਆਪਾਂ ਵਸੋਂ ਵੀ ਕਹਿ ਦਿੰਦੇ ਹਾਂ, ਜਨਸੰਖਿਆ ਵੀ ਕਹਿ ਦਿੰਦੇ ਹਾਂ, ਆਬਾਦੀ ਵੀ ਕਹਿ ਦਿੰਦੇ ਹਾਂ। ਠੀਕ ਹੈ, ਹਾਂਜੀ, ਰਾਜ ਦਾ ਮੁੱਖ ਤੱਤ ਆਬਾਦੀ ਜਿਹੜੀ ਜਨਸੰਖਿਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਵਸੋਂ।
ਠੀਕ ਹੈ। ਇਹ ਆ ਰਾਜ ਪਸ਼ੂਆਂ ਦਾ ਸਮੂਹ ਨਹੀਂ ਹੈਗਾ ਬਲਕਿ ਮਨੁੱਖਾਂ ਦਾ ਸਮੂਹ ਹੈ। ਠੀਕ ਹੈ, ਰਾਜ ਕਿਹਨਾਂ ਦਾ ਸਮੂਹ ਹੈ? ਮਨੁੱਖਾਂ ਦਾ। ਤੇ ਬਿਨਾਂ ਆਬਾਦੀ, ਬਿਨਾਂ ਜਨਸੰਖਿਆ, ਬਿਨਾਂ ਵਸੋਂ ਦੇ ਰਾਜ ਦੀ ਸਥਾਪਨਾ ਦੂਰ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ, ਮਤਲਬ ਕਿ ਇਹਦੀ ਆਪਾਂ ਕਲਪਨਾ ਵੀ ਨਹੀਂ ਕਰ ਸਕਦੇ ਹੈਗੇ। ਤੇ ਰਾਜ ਦੀ ਕਿੰਨੀ ਆਬਾਦੀ ਹੋਣੀ ਚਾਹੀਦੀ, ਕਿੰਨੀ ਵਸੋਂ ਹੋਣੀ ਚਾਹੀਦੀ, ਇਹਦੇ ਵਿੱਚ ਵਿਦਵਾਨਾਂ 'ਚ ਅਲੱਗ-ਅਲੱਗ ਰਾਏ ਨੇ। ਪਲੈਟੋ ਅਨੁਸਾਰ ਜਿਹੜੇ ਕਿ ਇੱਕ ਆਦਰਸ਼ ਰਾਜ ਆ ਉਹਦੇ ਵਿੱਚ 5040 ਜਿਹੜੀ ਜਨਸੰਖਿਆ ਹੋਣੀ ਚਾਹੀਦੀ ਆਬਾਦੀ। ਤੇ ਅਰਸਤੂ ਦੇ ਅਨੁਸਾਰ ਆ ਜਿਹੜੀ ਕਿ ਆਬਾਦੀ ਇੰਨੀ ਘੱਟ ਨਹੀਂ ਹੋਣੀ ਚਾਹੀਦੀ ਕਿ ਰਾਜ ਆਤਮ ਨਿਰਭਰ ਨਾ ਬਣ ਸਕੇ। ਭਾਵ ਕਿ ਅਰਸਤੂ ਕੀ ਕਹਿੰਦਾ ਕਿ ਰਾਜ ਦੇ ਵਿੱਚ ਇੰਨੀ ਕੁ ਜਨਸੰਖਿਆ ਹੋਣੀ ਚਾਹੀਦੀ ਹੈ ਕਿ ਰਾਜ ਆ ਜਿਹੜੇ ਕਿ ਆਤਮ ਨਿਰਭਰ ਬਣ ਸਕੇ। ਠੀਕ ਹੈ, ਇਹਦਾ ਮਤਲਬ ਇਹ ਹੈ ਵੀ ਇੰਨੀ ਘੱਟ ਨਹੀਂ ਹੋਣੀ ਚਾਹੀਦੀ ਕਿ ਰਾਜ ਆਤਮ ਨਿਰਭਰ ਵੀ ਨਾ ਬਣ ਸਕੇ, ਤੇ ਨਾ ਹੀ ਇੰਨੇ ਜ਼ਿਆਦਾ ਹੋਣੀ ਚਾਹੀਦੀ ਕਿ ਰਾਜ ਨੂੰ ਚੰਗੇ ਤਰੀਕੇ ਨਾਲ ਸੰਗਠਿਤ ਨਾ ਕੀਤਾ ਜਾ ਸਕੇ, ਚੰਗੇ ਤਰੀਕੇ ਨਾਲ ਸ਼ਾਸਨ ਹੋਵੇ। ਭਾਵ ਕਿ ਆਪਾਂ ਕਹਿ ਸਕਦੇ ਕਿ ਮੀਡੀਅਮ ਹੋਣੀ ਚਾਹੀਦੀ ਹੈ। ਤੇ ਰੂਸੋ ਕੀ ਕਹਿੰਦਾ? ਰੂਸੋ ਦੇ ਅਨੁਸਾਰ ਪ੍ਰਤੱਖ ਲੋਕ ਰਾਜ ਦਾ ਹਾਮੀ ਸੀ, ਇਸ ਲਈ ਉਹਨੇ ਕਿਹਾ ਕਿ ਛੋਟੇ ਛੋਟੇ ਰਾਜਾਂ ਦੀ ਹਮਾਇਤ ਕੀਤੀ, ਤੇ ਉਹਨੇ ਆਦਰਸ਼ ਰਾਜ ਦੀ ਆਬਾਦੀ 10,000 ਨਿਸ਼ਚਿਤ ਕੀਤੀ ਹੈ। ਠੀਕ ਹੈ, ਮਤਲਬ ਕਿ ਅਲੱਗ-ਅਲੱਗ ਰਾਏ ਨੇ। ਤੇ ਵਰਤਮਾਨ ਕਾਲ ਦੇ ਵਿੱਚ ਰਾਜ ਦੀ ਆਬਾਦੀ ਉੱਤੇ ਨਿਸ਼ਚਿਤ ਹੱਦਬੰਦੀ ਨਹੀਂ ਲਾਈ ਜਾ ਸਕਦੀ। ਕੁਝ ਦੇਸ਼ਾਂ ਦੀ ਆਬਾਦੀ ਲਈ ਕਈ ਕਰੋੜ ਹੈ ਤੇ ਲਗਾਤਾਰ ਵਧਦੀ ਜਾ ਰਹੀ ਹੈ। ਤੇ ਵਰਤਮਾਨ ਰਾਜ ਦੀ ਆਬਾਦੀ ਨੂੰ ਅਸੀਂ ਦੇਖ ਕੇ ਕਹਿ ਸਕਦੇ ਕਿ ਰਾਜ ਦੀ ਆਬਾਦੀ ਨਿਸ਼ਚਿਤ ਕਰਨੀ ਕਠਿਨ ਨਹੀਂ ਸਗੋਂ ਅਸੰਭਵ ਹੈ। ਬਟ ਫਿਰ ਵੀ ਅਸੀਂ ਅਰਸਤੂ ਦੇ ਵਿਚਾਰ ਦੇ ਨਾਲ ਸਹਿਮਤ ਹੈ। ਜਿਵੇਂ ਉਹਨੇ ਕਿਹਾ ਵੀ ਜਨਸੰਖਿਆ ਇੰਨੀ ਘੱਟ ਵੀ ਨਹੀਂ ਹੋਣੀ ਚਾਹੀਦੀ ਕਿ ਉਹ ਆਤਮ ਨਿਰਭਰ ਨਾ ਹੋ ਸਕੇ, ਤੇ ਇੰਨੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਕਿ ਉੱਥੋਂ ਦੇ ਲੋਕ ਆ ਜਿਹੜੇ ਕਿ ਜਨਤਾ ਪ੍ਰਸ਼ਾਸਨ ਕਰਨਾ ਉੱਤੇ ਔਖਾ ਹੋ ਜਾਵੇ। ਠੀਕ ਹੈ, ਮਤਲਬ ਕਿ ਇੰਨੀ ਕੁ ਆਬਾਦੀ ਹੋਣੀ ਚਾਹੀਦੀ ਕਿ ਜਨਤਾ ਸੁਖੀ ਤੇ ਖੁਸ਼ਹਾਲ ਜੀਵਨ ਬਤੀਤ ਕਰ ਸਕੇ ਤੇ ਉਹਦੇ ਉੱਤੇ ਚੰਗੇ ਢੰਗ ਦੇ ਨਾਲ ਸ਼ਾਸਨ ਦੀ ਸਥਾਪਨਾ ਕੀਤੀ ਜਾ ਸਕੇ। ਹਾਂਜੀ, ਅੱਗੇ ਹੈ ਅਗਲਾ ਹੈਡਿੰਗ ਨਿਸ਼ਚਿਤ ਭੂਮੀ ਜਾਂ ਇਲਾਕਾ। ਰਾਜ ਦੇ ਲਈ ਨਿਸ਼ਚਿਤ ਭੂਮੀ ਦਾ ਹੋਣਾ ਜ਼ਰੂਰੀ ਹੈ। ਠੀਕ ਹੈ, ਕਿਉਂਕਿ ਜਿੱਥੇ ਲੋਕ ਵਸਦੇ ਹੋਣ ਉਹ ਏਰੀਆ ਫਿਕਸ ਹੋਣਾ ਚਾਹੀਦਾ। ਫਿਕਸ ਏਰੀਆ ਦੇ ਵਿੱਚ ਜਿੱਥੇ ਲੋਕ ਵਸਣਗੇ ਉੱਥੇ ਹੀ ਰਾਜ ਦਾ ਨਿਰਮਾਣ ਹੋ ਸਕਦਾ। ਜਿਵੇਂ ਕਿ ਇਹਨਾਂ ਨੇ ਦੇਖਿਆ ਕਿ ਖਾਨਾਬਦੋਸ਼ ਲੋਕ ਜਿਹੜੇ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿੰਦੇ ਨੇ ਉਹ ਰਾਜ ਦਾ ਨਿਰਮਾਣ ਨਹੀਂ ਕਰ ਸਕਦੇ। ਉਹਨਾਂ ਦਾ ਭਾਵੇਂ ਕੋਈ ਵੀ ਸ਼ਾਸਕ ਵੀ ਹੁੰਦਾ ਹੋਵੇ, ਰਸਮ ਰਿਵਾਜ ਵੀ ਹੁੰਦੇ ਹੋਣ, ਬਟ ਉੱਥੇ ਉਹਨੂੰ ਰਾਜ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹ ਇੱਕ ਨਿਸ਼ਚਿਤ ਕਿਸੇ ਇਲਾਕੇ ਦੇ ਵਿੱਚ ਨਾ ਵਸਦੇ ਹੋਣ। ਭਾਵ ਕਿ ਜਿਵੇਂ ਖਾਨਾਬਦੋਸ਼ ਨੇ ਇੱਕ ਥਾਂ ਤੋਂ ਦੂਜੀ ਥਾਂ ਤੇ ਘੁੰਮਦੇ ਰਹਿੰਦੇ ਨੇ। ਠੀਕ ਹੈ, ਬੇਸ਼ੱਕ ਉਹਨਾਂ ਦਾ ਕੋਈ ਲੀਡਰ ਵੀ ਹੋਵੇ, ਉਹਨਾਂ ਦੇ ਆਪਣੇ ਰਸਮ ਰਿਵਾਜ ਵੀ ਹੋਣ, ਬਟ ਉਹਨਾਂ ਨੂੰ ਆਪਾਂ ਰਾਜ ਨਹੀਂ ਕਹਿ ਸਕਦੇ ਕਿਉਂਕਿ ਉਹ ਇੱਕ ਜਗ੍ਹਾ ਤੇ ਫਿਕਸ ਇਲਾਕੇ ਦੇ ਵਿੱਚ ਨਹੀਂ ਰਹਿ ਰਹੇ। ਜਦ ਤੱਕ ਕੋਈ ਫਿਕਸ ਏਰੀਏ ਦੇ ਵਿੱਚ ਨਹੀਂ ਰਹਿ ਰਿਹਾ ਉੱਥੇ ਰਾਜ ਦਾ ਨਿਰਮਾਣ ਨਹੀਂ ਹੋ ਸਕਦਾ। ਸੋ ਰਾਜ ਦੇ ਨਿਰਮਾਣ ਦੇ ਲਈ ਜਿਹੜੀ ਕਿ ਇੱਕ ਨਿਸ਼ਚਿਤ ਇਲਾਕਾ ਹੋਣਾ ਚਾਹੀਦਾ ਜਿੱਥੇ ਆਬਾਦੀ ਜਿਹੜੀ ਕਿ ਵਸਦੀ ਹੋਵੇ ਤੇ ਉੱਥੇ ਹੀ ਰਾਜ ਦਾ ਨਿਰਮਾਣ ਕੀਤਾ ਜਾ ਸਕਦਾ। ਠੀਕ ਹੈ, ਹੁਣ ਰਾਜ ਦੀ ਸਥਾਪਨਾ ਲਈ ਕਿੰਨੀ ਭੂਮੀ ਹੋਣੀ ਚਾਹੀਦੀ ਹੈ? ਜਿਵੇਂ ਆਪਾਂ ਨੇ ਦੇਖਿਆ ਸੀ ਕਿ ਆਬਾਦੀ ਕਿੰਨੀ ਹੋਣੀ ਚਾਹੀਦੀ ਹੈ, ਇਹਦੇ ਬਾਰੇ ਵੀ ਕੋਈ ਨਿਸ਼ਚਿਤ ਨਿਯਮ ਨਹੀਂ ਹੈਗਾ। ਪਲੈਟੋ ਤੇ ਅਰਸਤੂ ਦੋਵੇਂ ਹੀ ਛੋਟੇ ਰਾਜ ਦੇ ਸਮਰਥਕ ਨੇ। ਪਲੈਟੋ ਤੇ ਅਰਸਤੂ ਨੂੰ ਉਹ ਕੀ ਕਹਿੰਦੇ ਨੇ ਵੀ ਦੋਨੇ ਹੀ ਕਹਿੰਦੇ ਨੇ ਵੀ ਰਾਜ ਛੋਟਾ ਹੋਣਾ ਚਾਹੀਦਾ। ਇਸੇ ਤਰ੍ਹਾਂ ਫਰਾਂਸੀਸੀ ਲੇਖਕ ਰੂਸੋ ਵੀ ਛੋਟੇ ਰਾਜ ਦੇ ਪੱਖ ਦੇ ਵਿੱਚ ਹੈ। ਬਟ ਪ੍ਰਸ਼ਨ ਇਹ ਹੁੰਦਾ ਕਿ ਰਾਜ ਦੇ ਨਿਰਮਾਣ ਲਈ ਕਿੰਨੀ ਭੂਮੀ ਦੀ ਜ਼ਰੂਰਤ ਆ, ਕਿੰਨੇ ਚਾਹੀਦੀ ਹੈ, ਕਿੰਨੀ ਸੀਮਾ ਹੋਣੀ ਚਾਹੀਦੀ ਹੈ। ਇਹਦੇ ਵਿੱਚ ਵੀ ਸੰਸਾਰ ਦੇ ਵਿੱਚ ਵੱਡੇ ਵੱਡੇ ਰਾਜ ਵੀ ਨੇ ਤੇ ਉਹਨਾਂ ਦੇ ਨਾਲ ਕਈ ਛੋਟੇ ਛੋਟੇ ਰਾਜ ਵੀ ਨੇ। ਠੀਕ ਹੈ, ਜਿਵੇਂ ਰੂਸ ਦਾ ਖੇਤਰਫਲ ਦੱਸ ਰੱਖਿਆ, ਅਮਰੀਕਾ ਦਾ ਦੱਸ ਰੱਖਿਆ, ਮਤਲਬ ਕਿ ਅਲੱਗ-ਅਲੱਗ ਖੇਤਰਫਲ ਆ। ਤਾਂ ਇਹ ਤੁਸੀਂ ਇਹ ਕਹਿ ਸਕਦੇ ਕਿ ਇਹਦੇ ਬਾਰੇ ਕੋਈ ਵੀ ਜਿਹੜੇ ਕਿ ਰਾਏ ਨਹੀਂ ਕਹਿ ਸਕਦੇ ਕਿ ਕਿੰਨੀ ਨਿਸ਼ਚਿਤ ਭੂਮੀ ਹੋਣੀ ਚਾਹੀਦੀ, ਬਟ ਇੰਨੀ ਕੁ ਭੂਮੀ ਹੋਣੀ ਚਾਹੀਦੀ ਕਿ ਜਨਤਾ ਜਿਹੜੇ ਕਿ ਆਪਣਾ ਖੁਸ਼ਹਾਲੀ ਭਰਾ ਜੀਵਨ ਬਤੀਤ ਕਰ ਸਕੇ। ਤੇ ਸਮੁੰਦਰੀ ਤੱਟ ਤੇ ਹਵਾਈ ਮੰਡਲ ਵੀ ਭੂਮੀ ਦੇ ਵਿੱਚ ਸ਼ਾਮਲ ਹੈ। ਹਾਂਜੀ, ਰਾਜ ਦੇ ਨਿਸ਼ਚਿਤ ਇਲਾਕੇ ਵਿੱਚ ਕੇਵਲ ਉੱਥੋਂ ਦੀ ਧਰਤੀ ਹੀ ਸ਼ਾਮਲ ਨਹੀਂ ਸਗੋਂ ਉਹਦੇ ਨਾਲ ਲੱਗਦੇ ਸਮੁੰਦਰੀ ਤੱਟ ਤੇ ਉੱਪਰਲਾ ਵਾਯੂਮੰਡਲ ਵੀ ਸ਼ਾਮਲ ਹੁੰਦਾ। ਜਿੱਥੋਂ ਤੱਕ ਸਮੁੰਦਰੀ ਸੀਮਾਵਾਂ ਦਾ ਸੰਬੰਧ ਹੈ, ਵੱਖ-ਵੱਖ ਰਾਜਾਂ ਨੇ ਇਸ ਸੰਬੰਧੀ ਜਿਹੜੇ ਕਿ ਆਪਣੇ ਵੱਖ-ਵੱਖ ਨਿਯਮ ਬਣਾਏ ਹੋਏ ਨੇ। ਕਈ ਰਾਜਾਂ ਦੇ ਅਨੁਸਾਰ ਇਹ ਸਮੁੰਦਰ ਕੰਢੇ ਤੋਂ ਲੈ ਕੇ 3 ਮੀਲ ਦੂਰ ਦੂਸਰੇ, ਇਹ ਤੁਸੀਂ ਇੰਨਾ ਰਹਿਣ ਦਿਓ, ਬਸ ਤੁਸੀਂ ਇੰਨਾ ਕਰ ਸਕਦੇ ਹੋ ਕਿ ਜਿਹੜੀ ਕਿ ਇੰਨੀ ਕੁ ਭੂਮੀ ਹੋਣੀ ਚਾਹੀਦੀ ਹੈ ਲੋਕ ਆਪਣਾ ਸੁਖੀ ਜੀਵਨ ਬਤੀਤ ਕਰ ਸਕਣ। ਠੀਕ ਆ, ਆਤਮ ਨਿਰਭਰ ਰਾਜ ਬਣ ਸਕੇ ਤੇ ਉਹਦੇ ਵਿੱਚ ਸਮੁੰਦਰੀ ਤੱਟ ਤੇ ਹਵਾਈ ਮੰਡਲ ਵੀ ਸ਼ਾਮਲ ਹੁੰਦੇ ਨੇ। ਅੱਗੇ ਆਪਾਂ ਦੇਖਦੇ ਹਾਂ ਸਰਕਾਰ ਵਾਲਾ। ਹਾਂਜੀ, ਅੱਗੇ ਹੈ ਸਰਕਾਰ। ਜਨਸੰਖਿਆ ਭੂਮੀ ਤੋਂ ਬਾਅਦ ਜਿਹੜੀ ਕਿ ਰਾਜ ਦੀ ਸਥਾਪਨਾ ਵਾਸਤੇ ਸਰਕਾਰ ਦੀ ਵੀ ਜ਼ਰੂਰਤ ਆ, ਗਵਰਨਮੈਂਟ ਦੀ ਵੀ ਜ਼ਰੂਰਤ ਆ। ਕਿਸੇ ਨਿਸ਼ਚਿਤ ਇਲਾਕੇ ਤੇ ਬਣਿਆ ਆਦਮੀਆਂ ਦਾ ਸਮੁਦਾਇ ਉਸ ਵੇਲੇ ਹੀ ਉਸਨੂੰ ਰਾਜ ਨਹੀਂ ਕਿਹਾ ਜਾ ਸਕਦਾ ਜਦ ਤੱਕ ਉਹਦੇ ਵਿੱਚ ਰਾਜਸੀ ਦ੍ਰਿਸ਼ਟੀ ਤੋਂ ਕੋਈ ਸੰਗਠਿਤ ਨਾ ਹੋਵੇ। ਭਾਵ ਕਿ ਕੋਈ ਵੀ ਜਿਹੜੇ ਕਿ ਇਲਾਕਾ ਉਹਦੇ ਵਿੱਚ ਅਗਰ ਲੋਕ ਰਹਿ ਰਹੇ ਨੇ, ਠੀਕ ਹੈ, ਉਹਨੂੰ ਆਪਾਂ ਰਾਜ ਨਹੀਂ ਕਹਿ ਸਕਦੇ ਜਦ ਤੱਕ ਉੱਥੇ ਕੋਈ ਰਾਜਸੀ ਪਾਰਟੀ ਆ ਰਾਜਸੀ ਦ੍ਰਿਸ਼ਟੀ ਤੋਂ ਉਹਨਾਂ ਨੂੰ ਕੋਈ ਸੰਗਠਿਤ ਨਾ ਕਰ ਰਿਹਾ ਹੋਵੇ। ਠੀਕ ਹੈ, ਤਾਂ ਉਹਨੂੰ ਆਪਾਂ ਉਦੋਂ ਤੱਕ ਜਿਹੜੇ ਕਿ ਰਾਜ ਨਹੀਂ ਕਹਾਂਗੇ। ਸਰਕਾਰ ਹੀ ਇੱਕ ਅਜਿਹਾ ਸੰਗਠਨ ਹੈ, ਸਰਕਾਰ ਉਹ ਸੰਸਥਾ ਹੈ, ਉਹ ਏਜੰਸੀ ਆ ਜਿਸ ਰਾਹੀਂ ਰਾਜ ਦੀ ਇੱਛਾ ਪ੍ਰਗਟ ਹੁੰਦੀ ਹੈ। ਭਾਵ ਕਿ ਜਿਹਦੇ ਰਾਹੀਂ ਰਾਜ ਦੀ ਇੱਛਾ ਦੀ ਪ੍ਰਗਟ ਹੁੰਦੀ ਆ ਉਹ ਸੰਸਥਾ ਜਿਹੜੀ ਕਿ ਸਰਕਾਰ ਤੇ ਅਮਲ ਦੇ ਵਿੱਚ ਲਿਆਂਦੀ ਜਾਂਦੀ ਹੈ। ਭਾਵ ਕਿ ਜਿਹੜੀ ਰਾਜ ਦੀ ਇੱਛਾ ਹੈ ਜੋ ਵੀ ਉਹਨੂੰ ਅਸਲ ਦੇ ਵਿੱਚ ਲਿਆਂਦਾ ਜਾਂਦਾ ਸਰਕਾਰ ਦੁਆਰਾ। ਸਰਕਾਰ ਇੱਕ ਸੰਸਥਾ, ਇੱਕ ਏਜੰਸੀ ਆ।
ਤੇ ਸਰਕਾਰ ਦੇ ਬਿਨਾਂ ਜਿਹੜਾ ਜਨ ਸਮੂਹ ਸੰਗਠਿਤ ਨਹੀਂ ਹੋ ਸਕਦਾ, ਭਾਵ ਕਿ ਜਿਹੜਾ ਵੀ ਕੋਈ ਜਨ ਸਮੂਹ ਇੱਥੇ ਰਹਿ ਰਿਹਾ ਉਦੋਂ ਤੱਕ ਉਹ ਸੰਗਠਿਤ ਨਹੀਂ ਹੋ ਸਕਦਾ ਜਦੋਂ ਤੱਕ ਸਰਕਾਰ ਨੂੰ ਤੇ ਕੰਟਰੋਲ ਕਰੇ। ਠੀਕ ਹੈ, ਸਰਕਾਰ ਦੁਆਰਾ ਹੀ ਲੋਕਾਂ ਦੇ ਆਪਸੀ ਸੰਬੰਧਾਂ ਨੂੰ ਨਿਯਮਿਤ ਕਰਵਾਇਆ ਜਾਂਦਾ, ਨਿਸ਼ਚਿਤ ਕਰਾਇਆ ਜਾਂਦਾ। ਠੀਕ ਹੈ, ਸ਼ਾਂਤੀ ਤੇ ਵਿਵਸਥਾ ਨੂੰ ਲਾਗੂ ਕੀਤਾ ਜਾਂਦਾ, ਬਾਹਰਲੇ ਹਮਲਿਆਂ ਤੋਂ ਲੋਕਾਂ ਦੀ ਰੱਖਿਆ ਕੀਤੀ ਜਾਂਦੀ ਹੈ, ਦੂਜੇ ਦੇਸ਼ਾਂ ਦੇ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਕੀਤੇ ਜਾਂਦੇ ਨੇ। ਠੀਕ ਹੈ, ਇਹ ਸਾਰਾ ਕੰਮ ਕੌਣ ਕਰਦੇ ਆ? ਸਰਕਾਰ। ਤੇ ਸਰਕਾਰ ਦੇ ਬਿਨਾਂ ਜਨਤਾ ਦੇ ਵਿੱਚ ਕੀ ਹੋ ਜੂਗੀ? ਅਸ਼ਾਂਤੀ ਫੈਲ ਜੂਗੀ ਤੇ ਜਨਤਾ ਦੀ ਜਿਹੜੀ ਕਿ ਰੱਖਿਆ ਵੀ ਨਹੀਂ ਹੋਊਗੀ। ਸੋ ਇਹਦੇ ਲਈ ਕੀ ਜ਼ਰੂਰੀ ਹੈ? ਸਰਕਾਰ ਜ਼ਰੂਰੀ ਹੈ, ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਰਾਜ ਦੇ ਲਈ ਸਰਕਾਰ ਜ਼ਰੂਰੀ ਹੈ। ਅੱਗੇ ਆ ਤੁਸੀਂ ਗਾਰਨਰ ਦੇ ਅਨੁਸਾਰ ਐਵੇਂ ਕੋਟੇਸ਼ਨ ਕਰਨੀ ਹੈ ਤਾਂ ਕਰ ਸਕਦੇ ਹੋ, ਨਹੀਂ ਛੱਡ ਵੀ ਸਕਦੇ ਹੋ। ਹਾਂਜੀ, ਰਾਜ ਦੇ ਵਿੱਚ ਸਰਕਾਰ ਕਿਸੇ ਵੀ ਕਿਸਮ ਦੀ ਹੋ ਸਕਦੀ ਹੈ। ਕਿਸ ਰਾਜ ਦੇ ਵਿੱਚ ਕਿਸ ਤਰੀਕੇ ਦੀ ਸਰਕਾਰ ਹੋਊਗੀ ਇਹਦੇ ਵਿੱਚ ਵੀ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਰਕਾਰਾਂ ਤਾਂ ਬਦਲਦੀਆਂ ਰਹਿੰਦੀਆਂ ਨੇ ਤੇ ਸਰਕਾਰਾਂ ਤਾਂ ਬਦਲ ਸਕਦੀਆਂ ਨੇ ਤੇ ਬਦਲਦੀਆਂ ਰਹਿੰਦੀਆਂ ਨੇ। ਠੀਕ ਹੈ, ਮਤਲਬ ਕਿ ਕਿਵੇਂ ਦੀ ਸਰਕਾਰ ਹੋਣੀ ਚਾਹੀਦੀ ਇਹਦੇ ਬਾਰੇ ਵੀ ਕੋਈ ਰਾਏ ਨਹੀਂ ਹੈਗੀ। ਹਾਂ, ਸਰਕਾਰ ਦਾ ਕੋਈ ਵੀ ਰੂਪ ਕਿਉਂ ਨਾ ਹੋਵੇ, ਬਟ ਸਰਕਾਰ ਦੇ 3 ਕੰਮ ਹੁੰਦੇ ਨੇ, 3 ਮੁੱਖ ਕੰਮ ਹੁੰਦੇ ਨੇ। ਕਾਨੂੰਨ ਬਣਾਉਣਾ, ਕਾਨੂੰਨ ਨੂੰ ਲਾਗੂ ਕਰਨਾ, ਕਾਨੂੰਨ ਦੀ ਵਿਆਖਿਆ ਕਰਨਾ। ਠੀਕ ਹੈ, ਇਸ ਤਰੀਕੇ ਨਾਲ ਸਰਕਾਰ ਦੇ 3 ਅੰਗ ਬਣਦੇ ਨੇ। ਵਿਧਾਨ ਮੰਡਲ ਜਾਂ ਵਿਧਾਨਪਾਲਿਕਾ ਜਿਹੜਾ ਕਿ ਕਾਨੂੰਨ ਬਣਾਉਂਦਾ, ਵਿਧਾਨ ਮੰਡਲ ਕਾਨੂੰਨ ਬਣਾਉਂਦਾ। ਠੀਕ ਹੈ, ਕਾਰਜਪਾਲਿਕਾ ਕਾਨੂੰਨਾਂ ਨੂੰ ਲਾਗੂ ਕਰਦਾ ਤੇ ਨਿਆਂਪਾਲਿਕਾ ਕਾਨੂੰਨਾਂ ਦੀ ਵਿਆਖਿਆ ਕਰਦਾ। ਠੀਕ ਹੈ, ਤੇ ਕਾਨੂੰਨਾਂ ਦੀ ਰੱਖਿਆ ਕਰਦਾ। ਤੇ ਸਰਕਾਰ ਨੂੰ ਇੰਨਾ ਸ਼ਕਤੀਸ਼ਾਲੀ ਹੋਣਾ ਚਾਹੀਦਾ ਕਿ ਉਹ ਰਾਜ ਦੇ ਵਿੱਚ ਸ਼ਾਂਤੀ ਕਾਇਮ ਕਰ ਸਕੇ ਤੇ ਦੇਸ਼ ਦੇ ਬਾਹਰਲੀ ਹਮਲਿਆਂ ਤੋਂ ਰੱਖਿਆ ਕਰ ਸਕੇ। ਹਾਂਜੀ, ਅੱਗੇ ਆ ਜਾਊਗਾ ਪ੍ਰਭੂ ਸੱਤਾ। 4th ਜਿਹੜਾ ਪੁਆਇੰਟ ਆ, ਪ੍ਰਭੂ ਸੱਤਾ। ਪ੍ਰਭੂ ਸੱਤਾ ਰਾਜ ਵਾਸਤੇ ਚੌਥਾ ਜ਼ਰੂਰੀ ਤੱਤ ਆ ਤੇ ਜਨਤਾ ਦੇ ਸਮੂਹ ਵਾਸਤੇ ਜਿਹੜਾ ਇੱਕ ਨਿਸ਼ਚਿਤ ਇਲਾਕੇ ਦੇ ਵਿੱਚ ਭੂ ਭਾਗ ਉੱਤੇ ਰਹਿ ਰਹੇ ਨੇ ਲੋਕ। ਠੀਕ ਹੈ, ਸਰਕਾਰ ਦਾ ਹੋਣਾ ਹੀ ਰਾਜ ਦੇ ਵਾਸਤੇ ਜ਼ਰੂਰੀ ਨਹੀਂ ਹੈ, ਸਗੋਂ ਰਾਜ ਦੇ ਲਈ ਪ੍ਰਭੂ ਸੱਤਾ ਵੀ ਹੋਣੀ ਜ਼ਰੂਰੀ ਹੈ। ਠੀਕ ਹੈ, ਪ੍ਰਭੂ ਸੱਤਾ ਨੂੰ ਅੰਗਰੇਜ਼ੀ ਦੇ ਵਿੱਚ ਆਪਾਂ ਸੋਵੈਰਨਟੀ ਕਹਿੰਦੇ ਆ ਤੇ ਜਿਹੜੀ ਲਤੀਨੀ ਭਾਸ਼ਾ ਦੇ ਸ਼ਬਦ ਸੁਪਰੇਨਸ ਤੋਂ ਲਿਆ ਗਿਆ, ਲਤੀਨੀ ਭਾਸ਼ਾ ਦੇ ਸ਼ਬਦ ਸੁਪਰੇਨਸ ਤੋਂ ਲਿਆ ਗਿਆ, ਜਿਸ ਦਾ ਅਰਥ ਹੈ ਸਰਵਉੱਚ। ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਪ੍ਰਭੂ ਸੱਤਾ ਦਾ ਅਰਥ ਹੈ ਕਿ ਰਾਜ ਦੀ ਸਰਵਉੱਚ ਸ਼ਕਤੀ, ਸਰਵਉੱਚ ਪਾਵਰ ਜਿਹੜੀ ਦੂਜਿਆਂ ਕੋਲ ਨਹੀਂ ਹੁੰਦੀ। ਠੀਕ ਹੈ, ਰਾਜ ਕੋਲ ਸਰਵਉੱਚ ਅਧਿਕਾਰ ਹੁੰਦੇ ਨੇ, ਕੋਈ ਵੀ ਉਸ ਦੇ ਵਿਰੁੱਧ ਆਵਾਜ਼ ਨਹੀਂ ਉਠਾ ਸਕਦਾ। ਭਾਵ ਕਿ ਰਾਜ ਦੇ ਕੋਲ ਜਿਹੜੀ ਸਰਵਉੱਚ ਸ਼ਕਤੀ ਆ ਉਹਦੇ ਅਕੋਰਡਿੰਗ ਉਹਦੇ ਕੋਈ ਵੀ ਜਿਹੜਾ ਕਿ ਉਹਦੇ ਵਿਰੁੱਧ ਆਵਾਜ਼ ਨਹੀਂ ਉਠਾ ਸਕਦਾ। ਤੇ ਪ੍ਰਭੂ ਸੱਤਾ ਦੇ ਕਾਰਨ ਹੀ ਰਾਜ ਦਾ ਆਪਣੇ ਸਾਰੇ ਨਾਗਰਿਕਾਂ ਤੇ ਉਹਨਾਂ ਦੇ ਜਿਹੜੇ ਰਾਜ ਸਮਾਜ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਉੱਤੇ ਪੂਰਾ ਕੰਟਰੋਲ ਹੁੰਦਾ ਤੇ ਰਾਜ ਦੇ ਜਿਹੜੇ ਸੰਸਥਾਵਾਂ ਨੇ ਉਹਨਾਂ ਉੱਤੇ ਕੰਟਰੋਲ ਹੁੰਦਾ, ਪ੍ਰਭੂ ਸੱਤਾ ਕਰਕੇ ਹੀ। ਤੇ ਭੂ ਭਾਗ ਤੋਂ ਬਾਹਰ ਦੀ ਕਿਸੇ ਵੀ ਸ਼ਕਤੀ ਦੇ ਅਧੀਨ ਨਹੀਂ ਹੁੰਦਾ। ਠੀਕ ਹੈ, ਵੀ ਜਿਸ ਰਾਜ ਦੇ ਕੋਲ ਪ੍ਰਭੂ ਸੱਤਾ ਹੁੰਦੀ ਆ ਉਹ ਕਿਸੇ ਦੂਜੇ ਇਲਾਕੇ ਦੇ, ਦੂਜੇ ਰਾਜ ਦੇ ਅਧੀਨ ਨਹੀਂ ਹੁੰਦਾ। ਤੇ ਪ੍ਰਭੂ ਸੱਤਾ 2 ਕਿਸਮ ਦੀ ਹੁੰਦੀ ਹੈ। ਹਾਂਜੀ, 2 ਕਿਸਮ ਦੀ ਕਿਹੜੀ? ਇੱਕ ਹੋ ਗਿਆ ਅੰਦਰਲੀ ਪ੍ਰਭੂ ਸੱਤਾ, ਇੱਕ ਹੋ ਗਿਆ ਬਾਹਰਲੀ ਪ੍ਰਭੂ ਸੱਤਾ। ਹਾਂਜੀ, ਅੰਦਰਲੀ ਪ੍ਰਭੂ ਸੱਤਾ ਕਿਹੜੀ ਹੈ? ਅੰਦਰਲੀ ਪ੍ਰਭੂ ਸੱਤਾ ਦਾ ਅਰਥ ਹੈ ਕਿ ਰਾਜ ਦਾ ਆਪਣੇ ਦੇਸ਼ ਦੇ ਅੰਦਰ ਰਹਿਣ ਵਾਲੇ ਵਿਅਕਤੀਆਂ, ਸੰਸਥਾਵਾਂ, ਸਮੁਦਾਵਾਂ ਅਰਥਾਤ ਹਰ ਇੱਕ ਚੀਜ਼ ਉੱਤੇ ਜਿਹੜੀ ਰਾਜ ਦੇ ਵਿੱਚ ਹੈ ਉਹ 'ਤੇ ਪੂਰਾ ਅਧਿਕਾਰ ਹੋਊਗਾ। ਭਾਵ ਕਿ ਇੱਕ ਰਾਜ ਆ, ਠੀਕ ਹੈ, ਸਪੋਜ਼ ਆ ਸਮਾਜ ਆ, ਇਹਦੇ ਵਿੱਚ ਆ ਰਾਜ ਆ। ਠੀਕ ਹੈ, ਇੱਥੇ ਜਿਹੜੇ ਸੰਸਥਾਵਾਂ ਨੇ ਜਾਂ ਲੋਕ ਨੇ ਜਾਂ ਹੋਰ ਜਿਹੜੇ ਸਮੁਦਾਇ ਨੇ, ਇਹਨਾਂ ਸਾਰਿਆਂ ਉੱਤੇ ਹਰ ਇੱਕ ਚੀਜ਼ ਉੱਤੇ ਜਿਹੜਾ ਕਿ ਇਸ ਰਾਜ ਦਾ ਅਧਿਕਾਰ ਹੋਵੇ। ਠੀਕ ਹੈ, ਇਸ ਰਾਜ ਦਾ ਪੂਰਨ ਤੌਰ ਤੇ ਅਧਿਕਾਰ ਹੋਵੇ, ਉਹਨੂੰ ਆਪਾਂ ਕਰਾਂਗੇ ਅੰਦਰਲੀ ਪ੍ਰਭੂ ਸੱਤਾ। ਤੇ ਰਾਜ ਦੇ ਅੰਦਰ ਕੋਈ ਵੀ ਅਜਿਹਾ ਵਿਅਕਤੀ ਜਾਂ ਸੰਸਥਾ ਨਹੀਂ ਹੋਣੀ ਚਾਹੀਦੀ ਜੋ ਰਾਜ ਦੇ ਹੁਕਮਾਂ ਦੀ ਉਲੰਘਣਾ ਕਰੇ, ਉਲੰਘਣਾ ਵਿਧਾਨਿਕ ਰੂਪ ਦੇ ਨਾਲ ਕਰ ਸਕੇ। ਠੀਕ ਹੈ, ਜੇ ਕੋਈ ਵਿਅਕਤੀ ਰਾਜ ਦੀ ਵਿਧਾਨਿਕ ਰੂਪ ਦੇ ਵਿੱਚ ਉਲੰਘਣਾ ਕਰਦਾ ਰਾਜ ਦੀ ਆਗਿਆ ਦੀ ਤਾਂ ਉਸ ਨੂੰ ਸਜ਼ਾ ਦੇ ਸਕਦਾ। ਠੀਕ ਹੈ, ਰਾਜ। ਹੁਣ ਬਾਹਰਲੀ ਪ੍ਰਭੂ ਸੱਤਾ ਭਾਵ ਕਿ ਰਾਜ ਕਿਸੇ ਦੇ ਅਧੀਨ ਨਹੀਂ ਹੁੰਦਾ। ਬਾਹਰੀ ਕੋਈ ਸ਼ਕਤੀ ਨਹੀਂ ਹੈ ਜਿਸ ਦੇ ਅਧੀਨ ਰਾਜ ਹੋਵੇ, ਰਾਜ ਇਹਨਾਂ ਬਾਹਰੀ ਸ਼ਕਤੀਆਂ ਤੋਂ ਪੂਰਨ ਤੌਰ ਤੇ ਸੁਤੰਤਰ ਹੋਵੇ, ਉਹਨੂੰ ਆਪਾਂ ਕਰਾਂਗੇ ਬਾਹਰੀ ਪ੍ਰਭੂ ਸੱਤਾ। ਬਾਹਰੀ ਪ੍ਰਭੂ ਸੱਤਾ ਦਾ ਅਰਥ ਹੈ ਕਿ ਰਾਜ ਦੇ ਬਾਹਰ ਕੋਈ ਸੰਸਥਾ ਜਾਂ ਕੋਈ ਸ਼ਕਤੀ ਨਹੀਂ ਹੈਗੀ ਜੋ ਰਾਜ ਨੂੰ ਕਿਸੇ ਹੋਰ ਦੀ ਆਗਿਆ ਪਾਲਣ ਕਰਨ ਲਈ ਮਜਬੂਰ ਕਰ ਸਕਦੇ। ਮਤਲਬ ਕਿ ਕੋਈ ਬਾਹਰ ਕੋਈ ਪਾਵਰ ਨਹੀਂ ਹੈਗੀ ਜੋ ਰਾਜ ਨੂੰ ਕਹੇ ਵੀ ਤੂੰ ਇਹਦੇ ਅਕੋਰਡਿੰਗ ਆਗਿਆ ਦਾ ਪਾਲਣ ਕਰ, ਨਹੀਂ, ਉਹਨੂੰ ਮਜਬੂਰ ਨਹੀਂ ਕਰ ਸਕਦੀ। ਠੀਕ ਹੈ, ਰਾਜ ਪੂਰੇ ਤਰੀਕੇ ਨਾਲ ਸੁਤੰਤਰ ਹੋਵੇ। ਜੇ ਕਿਸੇ ਦੇਸ਼ ਦੀਆਂ ਨੀਤੀਆਂ ਉੱਤੇ ਕਿਸੇ ਦੇਸ਼ ਦਾ ਕੰਟਰੋਲ ਹੋਊਗਾ ਤਾਂ ਆਪਾਂ ਉਹਨੂੰ ਕਹਿ ਨਹੀਂ ਸਕਦੇ ਕਿ ਉਹ ਰਾਜ ਆ, ਜਦ ਤੱਕ ਉਹ ਸੁਤੰਤਰ ਨਹੀਂ। ਜਿਹੜਾ ਰਾਜ ਸੁਤੰਤਰ ਹੈ ਬਾਹਰਲੀਆਂ ਨੀਤੀਆਂ ਤੋਂ, ਬਾਹਰੀ ਜਿਹੜੇ ਕਿ ਹੋਰ ਰਾਜਾਂ ਤੋਂ, ਉਹਨੂੰ ਆਪਾਂ ਕਹਾਂਗੇ ਜਿਹੜਾ ਪ੍ਰਭੂਤਾ ਸੰਪੰਨ ਰਾਜ, ਬਾਹਰੀ ਤਰੀਕੇ ਦੇ। ਠੀਕ ਹੈ, ਸੰਯੁਕਤ ਰਾਸ਼ਟਰ ਸੰਸਥਾ ਦਾ ਮੈਂਬਰ ਬਣਨਾ ਬਾਹਰਲੀ ਪ੍ਰਭੂ ਸੱਤਾ ਦੇ ਵਿਰੁੱਧ ਨਹੀਂ, ਕਿਉਂਕਿ ਸੁਤੰਤਰ ਦੇਸ਼ ਆਪਣੀ ਮਰਜ਼ੀ। ਹਾਂ, ਇਹ ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜਾ ਭਾਰਤ ਸੰਯੁਕਤ ਰਾਸ਼ਟਰ ਦਾ ਜਿਹੜੇ ਕਿ ਮੈਂਬਰ ਆ, ਨਹੀਂ, ਉਹ ਇੱਕ ਮਰਜ਼ੀ ਦੇ ਨਾਲ ਬਣਿਆ ਹੋਇਆ ਮੈਂਬਰ ਆ ਤੇ ਜਦੋਂ ਚਾਹੁਣ ਇਸ ਸੰਸਥਾ ਨੂੰ ਛੱਡ ਸਕਦੇ ਨੇ। ਮਤਲਬ ਕਿ ਆਪਾਂ ਕਹਿ ਸਕਦੇ ਕਿ ਉਹ ਰਾਜ ਜਿਹੜਾ ਪੂਰਨ ਤੌਰ ਤੇ ਕਿਸੇ ਦੂਜੇ ਦੇ ਅਧੀਨ ਨਹੀਂ ਹੈਗਾ, ਕਿਸੇ ਦੂਜੇ ਦੇ ਅਕੋਰਡਿੰਗ ਆਪਣੇ ਡਿਸੀਜ਼ਨ ਨਹੀਂ ਲੈਂਦਾ, ਬਲਕਿ ਖੁਦ ਲੈਂਦਾ। ਠੀਕ ਆ, ਤੇ ਆਪਣੇ ਖੁਦ ਦੇ ਫੈਸਲੇ ਹੁੰਦੇ ਨੇ ਤੇ ਬਾਹਰੀ ਕਿਸੇ ਵੀ ਤਰੀਕੇ ਨਾਲ ਉਹਨੂੰ ਕੋਈ ਵੀ ਮਜਬੂਰ ਨਹੀਂ ਕਰ ਸਕਦਾ ਕਿਸੇ ਫੈਸਲੇ ਮੰਨਣ ਨੂੰ, ਉਹਨੂੰ ਆਪਾਂ ਕਹਿੰਦੇ ਆ ਬਾਹਰੀ ਪ੍ਰਭੂ ਸੱਤਾ। ਤੇ ਅਗਲਾ ਹੈ, ਇਸ ਤਰ੍ਹਾਂ ਆਪਾਂ ਕਹਿ ਸਕਦੇ ਕਿ ਰਾਜ ਦੀ ਸਥਾਪਨਾ ਲਈ
4 ਤੱਤਾਂ ਦੀ ਜ਼ਰੂਰਤ ਹੈ। ਜੇ ਇਹਨਾਂ ਦੇ ਵਿੱਚੋਂ ਕੋਈ ਵੀ ਤੱਤ ਨਾ ਹੋਵੇ ਤਾਂ ਰਾਜ ਦੀ ਸਥਾਪਨਾ ਨਹੀਂ ਕੀਤੀ ਜਾ ਸਕਦੀ। ਠੀਕ ਹੈ, ਇਹ ਤੁਸੀਂ ਐਂਡ ਦੇ ਵਿੱਚ ਸਿੱਟਾ ਕੱਢਣਾ। ਠੀਕ ਹੈ, ਤੇ ਇਸ ਤੋਂ ਇਲਾਵਾ ਇਹ ਵੀ ਪੁੱਛ ਲਿਆ ਜਾ ਸਕਦਾ ਹੁੰਦਾ ਵੀ ਇਹਨਾਂ ਚਾਰਾਂ ਦੇ ਵਿੱਚੋਂ ਕਿਹੜਾ ਤੱਤ ਜ਼ਿਆਦਾ ਜ਼ਰੂਰੀ ਹੈ। ਤਾਂ ਇਹਨਾਂ ਚਾਰਾਂ ਦੇ ਵਿੱਚੋਂ ਵੈਸੇ ਤਾਂ ਹਰ ਇੱਕ ਤੱਤ ਆਪਣੇ ਆਪਣੇ ਪੁਆਇੰਟ ਤੇ ਜ਼ਰੂਰੀ ਹੈ। ਜਿਵੇਂ ਕੋਈ ਵੀ ਸਰੀਰ ਦਾ ਇੱਕ ਅੰਗ ਪੂਰੇ ਸਰੀਰ ਦਾ ਨਿਰਮਾਣ ਨਹੀਂ ਕਰ ਸਕਦਾ। ਸਰੀਰ ਦੇ ਨਿਰਮਾਣ ਦੇ ਲਈ ਸਾਰੇ ਅੰਗਾਂ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ। ਠੀਕ ਹੈ, ਤਾਂ ਹੀ ਆਪਾਂ ਇੱਕ ਤੰਦਰੁਸਤ ਇਨਸਾਨ ਹੁੰਦਾ। ਤੇ ਉਸੇ ਤਰੀਕੇ ਨਾਲ ਜਿਹੜਾ ਕਿ ਇਸ ਰਾਜ ਦੇ ਲਈ ਵੀ ਜਿਹੜੇ ਚਾਰੇ ਤੱਤ ਜ਼ਰੂਰੀ ਨੇ। ਇਹ ਨਹੀਂ ਹੈ ਵੀ ਜੇ ਇੱਕ ਤੱਤ ਨਹੀਂ ਵੀ ਲਈਏ ਤਾਂ ਵੀ ਰਾਜ ਹੋ ਸਕਦਾ, ਨਹੀਂ। ਰਾਜ ਦੇ ਲਈ ਚਾਰੋਂ ਤੱਤ ਹੋਣੇ ਜ਼ਰੂਰੀ ਨੇ, ਜਿਵੇਂ ਕਿ ਸਰੀਰ ਦੇ ਲਈ। ਇਸੇ ਤਰੀਕੇ ਨਾਲ ਆਪਾਂ ਫਿਰ ਵੀ ਕਹਿ ਸਕਦੇ ਵੀ ਅਗਰ ਜੇ ਫਿਰ ਵੀ ਪੁੱਛਿਆ ਜਾਵੇ ਕਿ ਰਾਜ ਲਈ ਸਭ ਤੋਂ ਜ਼ਿਆਦਾ ਮਹੱਤਵਪੂਰਨ ਤੱਤ ਕਿਹੜਾ ਹੋਊਗਾ, ਫਿਰ ਆਪਾਂ ਕਹਾਂਗੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਤੱਤ ਉਹਦਾ ਪ੍ਰਭੂ ਸੱਤਾ ਵਾਲਾ ਰਾਜ ਹੋਊਗਾ। ਠੀਕ ਹੈ, ਕਿਉਂਕਿ ਕਈ ਵਾਰ ਕੁਐਸਚਨ 'ਚ ਨਾਲ ਅਟੈਚ ਕਰਕੇ ਪਾ ਦਿੰਦੇ ਹੁੰਦੇ ਨੇ ਵੀ ਸਭ ਤੋਂ ਜ਼ਿਆਦਾ ਮਹੱਤਵਪੂਰਨ, ਫਿਰ ਉਹ ਉੱਥੇ ਤੁਸੀਂ ਲਿਖਣਾ ਕਿ ਪ੍ਰਭੂ ਸੱਤਾ। ਤੇ ਇਸ ਤੋਂ ਇਲਾਵਾ ਰਾਜ ਦੇ ਗੈਰ ਜ਼ਰੂਰੀ ਤੱਤ, ਇਹ ਵੀ ਤੁਸੀਂ ਲਿਖ ਸਕਦੇ ਹੋ ਇਹਨਾਂ ਦੇ ਵਿੱਚ ਹੀ, ਕਿਉਂਕਿ ਕਈ ਵਾਰ ਸ਼ਾਰਟ ਕੁਐਸਚਨ 'ਚ ਵੀ ਆ ਜਾਂਦੇ ਨਾਲ ਅਟੈਚ ਕਰਕੇ ਵੀ ਪਾ ਦਿੰਦੇ ਹੁੰਦੇ ਨੇ। ਵੈਸੇ ਤਾਂ ਕੁਐਸਚਨ ਇਹੀ ਇੰਪੋਰਟੈਂਟ ਬਣਦਾ ਕਿ ਰਾਜ ਕੀ ਹੈ, ਰਾਜ ਤੋਂ ਤੁਹਾਡਾ ਕੀ ਭਾਵ ਹੈ, ਰਾਜ ਦੀ ਪਰਿਭਾਸ਼ਾ ਦਿਓ, ਰਾਜ ਦੇ ਜ਼ਰੂਰੀ ਤੱਤ ਲਿਖੋ। ਬਟ ਇਹ ਵੀ ਤੁਸੀਂ ਇੱਕ ਵਾਰ ਪੜ੍ਹ ਲੈਣੇ ਨੇ, ਜਸਟ ਇੱਕ ਵਾਰ ਰੀਡਿੰਗ। ਗੈਰ ਜ਼ਰੂਰੀ ਤੱਤ ਕਿਹੜੇ ਕਿਹੜੇ ਨੇ? ਸਥਾਈ ਨਿਰੰਤਰਤਾ, ਸਰਵ ਵਿਆਪਕਤਾ ਹੋਣੀ ਚਾਹੀਦੀ ਹੈ ਰਾਜ ਦੇ ਵਿੱਚ, ਸਮਾਨਤਾ ਹੋਣੀ ਚਾਹੀਦੀ ਹੈ ਰਾਜ ਦੇ ਵਿੱਚ, ਵਿਸ਼ੇਸ਼ ਇਕਾਈ ਹੋਣੀ ਚਾਹੀਦੀ ਹੈ, ਮਾਨਤਾ ਹੋਣੀ ਚਾਹੀਦੀ ਹੈ। ਠੀਕ ਹੈ, ਇਹਨਾਂ ਜਸਟ ਇੱਕ ਵਾਰ ਰੀਡਿੰਗ ਕਰ ਲੈਣਾ। ਸੋ ਇਹ ਸੀ ਤੁਹਾਡਾ ਕੁਐਸਚਨ, ਰਾਜ ਕੀ ਹੈ, ਰਾਜ ਦੇ ਜ਼ਰੂਰੀ ਤੱਤ। ਰਾਜ ਦੇ 4 ਜ਼ਰੂਰੀ ਤੱਤ ਨੇ, ਮੈਂ ਦੁਬਾਰਾ ਰਿਪੀਟ ਕਰ ਦਿੰਦਾ। ਰਾਜ ਦੇ 4 ਜ਼ਰੂਰੀ ਤੱਤ, ਜਨਸੰਖਿਆ ਹੋ ਗਈ, ਜਨਸੰਖਿਆ ਨੂੰ ਆਪਾਂ ਆਬਾਦੀ ਕਹਿਣਾ, ਜਨਸੰਖਿਆ ਨੂੰ ਆਪਾਂ ਵਸੋਂ ਕਹਿਣਾ। ਜਨਸੰਖਿਆ, ਭੂਮੀ, ਠੀਕ ਹੈ, ਸਰਕਾਰ ਤੇ ਪ੍ਰਭੂ ਸੱਤਾ, ਇਹ 4 ਜ਼ਰੂਰੀ। ਤੇ ਪ੍ਰਭੂ ਸੱਤਾ ਹੋ ਗਈ। ਇਹ ਚਾਰੋਂ ਤੱਤ ਜਿਹੜੇ ਕਿ ਰਾਜ ਦੇ ਲਈ ਜ਼ਰੂਰੀ ਨੇ। ਰਾਜ ਦੇ 4 ਜ਼ਰੂਰੀ ਤੱਤ ਜਾਂ ਰਾਜ ਦੇ ਵਿਸ਼ੇਸ਼ਤਾਵਾਂ। ਠੀਕ ਹੈ, ਜਨਸੰਖਿਆ, ਭੂਮੀ, ਸਰਕਾਰ, ਪ੍ਰਭੂ ਸੱਤਾ। ਥੈਂਕਸ।